Hello viewers, welcome to my channel. I'm your educator Akashdeep Kaur Brad. Today we will do the next topic of communication skills, that is writing skills. Writing skills are the skills we use to write effectively. Writing skills ਉਹ skills ਹੈ ਜਿਹੜੀਆਂ ਅਸੀਂ use ਕਰਦੇ ਹਾਂ ਬਹੁਤ ਵਧੀਆ ਲਿਖਣ ਲਈ. A good writer is someone who can communicate his point to the audience effectively and accurately and in a way that the other person can understand fully. ਇੱਕ ਚੰਗਾ ਰਾਈਟਰ ਉਹੀ ਹੁੰਦਾ ਹੈ ਜਿਹੜਾ ਆਪਣੇ ਪੁਆਇੰਟ ਨੂੰ, ਆਪਣੀ ਓਪੀਨੀਅਨ ਨੂੰ ਆਡੀਅנס ਤੱਕ ਪਹੁੰਚਾਵੇ ਇਫੈਕਟਿਵਲੀ, ਐਕੂਰੇਟਲੀ, ਇਸ ਤਰੀਕੇ ਨਾਲ ਕਿ ਸਾਹਮਣੇ ਵਾਲਾ ਜਿਹੜਾ ਇਨਸਾਨ ਉਹਨੂੰ ਸੁਣ ਰਿਹਾ ਹੈ, ਉਹ ਜਿਹੜਾ ਸਾਹਮਣੇ ਵਾਲਾ ਇਨਸਾਨ ਉਹਦੀ ਰਾਈਟਿੰਗ ਨੂੰ ਪੜ੍ਹ ਰਿਹਾ ਹੈ, ਉਹਨੂੰ ਉਹਦਾ ਪੁਆਇੰਟ ਪੂਰੀ ਤਰ੍ਹਾਂ ਨਾਲ ਸਮਝ ਆ ਜਾਵੇ. ਬੇਸਿਕਸ ਆਫ ਰਾਈਟਿੰਗ ਸਕਿੱਲਸ ਹੈਗੇ ਹੈ. ਹਾਂਜੀ, ਆਪਾਂ 8 basics of writing skills karange. Spellings. A fundamental part of writing that helps improve language skills. Language skills nu improve karan li ek jehda basic writing skill hundi hai ਉਹ ਹੁੰਦਾ ਹੈ spelling. Spelling correct ਹੋਣੀ ਚਾਹੀਦੀ ਹੈ ਜਦੋਂ ਤੁਸੀਂ ਲਿਖਦੇ ਹੋ. Grammar. ਤੁਹਾਡੀ grammar ਬਿਲਕੁਲ ਸਹੀ ਹੋਣੀ ਚਾਹੀਦੀ ਹੈ because it is a foundation of strong writing skills. It is a system of rules, ਐਵੇਂ ਦੇ rules ਜਿਹੜੇ ਕਿ help ਕਰਦੇ ਹੈ for forming the accurate sentences. ਬਿਲਕੁਲ ਸਹੀ sentences ਨੂੰ ਦੀ formation ਵਿੱਚ ਜਿਹੜਾ system of rules ਅਸੀਂ ਅਪਣਾਉਂਦੇ ਹਾਂ ਉਹਨੂੰ grammar ਕਿਹਾ ਜਾਂਦਾ ਹੈ, which is a foundation of strong writing skills. And it helps to construct well organized paragraphs. ਜਦੋਂ grammar ਸਹੀ ਹੁੰਦੀ ਹੈ ਤਾਂ ਪੈਰਾਗ੍ਰਾਫਸ ਪਹਿਲਾਂ ਸੈਂਟੈਂਸਿਸ ਸਹੀ ਬਣਦੇ ਹੈ, ਸੈਂਟੈਂਸਿਸ ਦੀ ਫਾਰਮੇਸ਼ਨ ਦੇ ਨਾਲ ਫਿਰ ਵੈਲ ਆਰਗਨਾਈਜ਼ਡ ਪੈਰਾਗ੍ਰਾਫਸ ਬਣਦੇ ਹੈ. ਪੰਕਚੁਏਸ਼ਨ. ਪੰਕਚੁਏਸ਼ਨ ਬਿਲਕੁਲ ਸਹੀ ਹੋਣੀ ਚਾਹੀਦੀ ਹੈ. ਗ੍ਰਾਮਰ ਤੇ ਪੰਕਚੁਏਸ਼ਨ ਦੋਨੋਂ ਹੀ ਬੈਕਬੋਨ ਹੁੰਦੇ ਹੈ ਇੱਕ ਚੰਗੀ ਰਾਈਟਿੰਗ ਦੇ. ਜਦੋਂ ਅਸੀਂ ਕੋਈ ਇਫੈਕਟਿਵ ਰਾਈਟਿੰਗ ਲਿਖਦੇ ਹਾਂ, ਕੋਈ ਪੀਸ ਆਫ ਰਾਈਟਿੰਗ ਲਿਖਦੇ ਹਾਂ ਤਾਂ ਉਹਦੇ ਵਿੱਚ ਪੰਕਚੁਏਸ਼ਨ ਤੇ ਗ੍ਰਾਮਰ ਤੇ ਸਪੈਲਿੰਗਸ ਤੁਹਾਡੇ ਬਿਲਕੁਲ ਸਹੀ ਹੋਣੀ ਚਾਹੀਦੀ ਹੈ. ਤੁਹਾਡੀ ਵੋਕੈਬਲਰੀ ਜਿਹੜੀ ਹੈ ਉਹ ਵੀ ਯੂ ਸ਼ੁੱਡ ਯੂਜ਼ ਦ ਸੂਟੇਬਲ ਵਰਡਸ ਜਿਹਦੇ ਨਾਲ ਸਾਡਾ ਰਾਈਟਿੰਗ ਸਟਾਈਲ ਜਿਹੜਾ ਉਹ ਇੰਪਰੂਵ ਹੁੰਦਾ ਹੈ, ਇਨਹੈਂਸ ਹੁੰਦਾ ਹੈ. ਨੈਕਸਟ ਫਿਫਥ ਬੇਸਿਕਸ ਆਫ ਰਾਈਟਿੰਗ ਸਕਿੱਲਸ ਹੈ ਸੈਂਟੈਂਸ ਸਟਰਕਚਰ. ਇਟ ਇਜ਼ ਅ ਬੇਸਿਕ ਸਕਿੱਲ of a basic writing skill that is important for writing clearly and effectively. ਜੇਕਰ ਬਹੁਤ ਵਧੀਆ ਤਰ੍ਹਾਂ ਲਿਖਣਾ ਚਾਹੁੰਦੇ ਹੋ ਤਾਂ ਤੁਹਾਡਾ sentence structure ਬਿਲਕੁਲ ਸਹੀ ਹੋਣਾ ਚਾਹੀਦਾ ਹੈ. sentence structure ਹੁੰਦਾ ਕੀ ਹੈ? ਦੇਖੋ, sentence ਦਾ structure which means ਕਿ sentence ਦੇ ਵਿੱਚ ਸਾਰੇ words proper order ਦੇ ਵਿੱਚ ਹੋਣੇ ਚਾਹੀਦੇ ਹੈ, organized ਹੋਣੇ ਚਾਹੀਦੇ ਹੈ. It is the way words are organized in a sentence. ਕਿਸੇ sentence ਵਿੱਚ ਕਿਵੇਂ words ਨੂੰ organize ਕੀਤਾ ਜਾਂਦਾ ਹੈ properly, ਉਹਨੂੰ ਬਣਦਾ, ਉਹਦੇ ਤੋਂ ਬਣਦਾ ਹੈ sentence structure. Next ਹੈਗਾ communication. ਰਾਈਟਿੰਗ ਕਿਹੜੀ ਫਾਰਮ ਆਫ ਕਮਿਊਨੀਕੇਸ਼ਨ ਹੈ? ਵਰਬਲ ਫਾਰਮ ਆਫ ਕਮਿਊਨੀਕੇਸ਼ਨ ਹੈ. ਤੇ ਇੱਕ ਚੰਗੀ ਕਮਿਊਨੀਕੇਸ਼ਨ ਸਕਿੱਲਸ ਦੇ ਨਾਲ ਆਪਣੀ ਮੈਸੇਜ ਨੂੰ ਅਸੀਂ ਲਿਖ ਕੇ ਬਹੁਤ ਵਧੀਆ ਤਰ੍ਹਾਂ ਕਲੀਅਰਲੀ ਦੂਜੇ ਤੱਕ ਪਹੁੰਚਾ ਸਕਦੇ ਹਾਂ. ਗੈਟਿੰਗ ਫੀਡਬੈਕ. ਜਦੋਂ ਤੁਸੀਂ ਕੁਝ ਲਿਖਦੇ ਹੋ, when you write something, asking for feedback helps you know how others interpret the text. ਜਦੋਂ ਤੁਸੀਂ ਕੁਝ ਲਿਖਿਆ ਤਾਂ ਫੀਡਬੈਕ ਜ਼ਰੂਰ ਦੂਸਰੇ ਜਿੰਨੇ ਵੀ ਉਹ ਪੜ੍ਹਿਆ ਉਹਦੇ ਤੋਂ ਫੀਡਬੈਕ ਮੰਗੋ ਕਿ ਕਿਸ ਤਰ੍ਹਾਂ ਮੈਂ ਲਿਖਿਆ ਹੈ, ਕਿਉਂਕਿ ਉਹਨੂੰ ਫੀਡਬੈਕ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਟੈਕਸਟ ਨੂੰ ਦੂਸਰੇ ਜਣੇ ਕਿਸ ਹੱਦ ਤੱਕ ਤੇ ਕਿਸ ਨਜ਼ਰੀਏ ਨਾਲ ਦੇਖ ਰਹੇ ਹੈ, ਕਿਵੇਂ ਸਮਝ ਰਹੇ ਹੈ. ਪ੍ਰੂਫ ਰੀਡਿੰਗ. Take a last look to check for any mistakes in the written work done by you. ਜਿਹੜਾ ਵੀ ਤੁਸੀਂ ਕੰਮ ਲਿਖਿਆ ਹੈ, ਜੋ ਕੁਝ ਵੀ ਲਿਖਿਆ ਹੈ, ਉਹਦਾ ਇੱਕ ਵਾਰੀ ਲਾਸਟ ਲੁੱਕ ਜ਼ਰੂਰ ਲਓ ਕਿਤੇ ਕੋਈ ਮਿਸਟੇਕਸ ਨਾ ਰਹਿ ਜਾਣ. ਸੋ ਬੇਸਿਕਸ ਆਫ ਰਾਈਟਿੰਗ ਸਕਿੱਲਸ ਕਿਹੜੇ ਹੋ ਗਏ? ਇੱਕ ਤਾਂ ਸਪੈਲਿੰਗ ਸਹੀ ਹੋਣੀ ਚਾਹੀਦੀ ਹੈ, ਗ੍ਰਾਮਰ ਸਹੀ ਹੋਣੀ ਚਾਹੀਦੀ ਹੈ, ਵੋਕੈਬਲਰੀ ਸਹੀ ਹੋਣੀ ਚਾਹੀਦੀ ਹੈ, ਤੁਹਾਡਾ ਸੈਂਟੈਂਸ ਦਾ ਸਟਰਕਚਰ ਸਹੀ ਹੋਣਾ ਚਾਹੀਦਾ ਹੈ, ਤੁਸੀਂ ਬੜੀ ਇਫੈਕਟਿਵਲੀ ਲਿਖ ਕੇ ਆਪਣੇ ਮੈਸੇਜ ਨੂੰ ਦੂਜਿਆਂ ਤੱਕ ਪਹੁੰਚਾ ਸਕਦੇ ਹੋ, ਕਮਿਊਨੀਕੇਸ਼ਨ ਵੀ ਕਰ ਸਕਦੇ ਹੋ.
ਇਹ ਬੇਸਿਕ ਰਾਈਟਿੰਗ ਸਕਿੱਲਸ ਹੈ। ਦੈਨ ਲਿਖ ਕੇ ਜਦੋਂ ਦੂਸਰਿਆਂ ਤੱਕ ਤੁਸੀਂ ਆਪਣੇ ਮੈਸੇਜ ਨੂੰ ਪਹੁੰਚਾਉਂਦੇ ਹੋ ਤਾਂ ਅੱਗਿਓਂ ਅਗਲੇ ਦਾ ਫੀਡਬੈਕ ਵੀ ਮੰਗੋ ਕਿ ਉਹਨੂੰ ਕਿਸ ਹੱਦ ਤੱਕ ਸਮਝ ਆਇਆ ਹੈ ਜੋ ਤੁਸੀਂ ਲਿਖਿਆ ਹੈ। ਤੇ ਜਦੋਂ ਤੁਸੀਂ ਲਿਖ ਲੈਂਦੇ ਹੋ ਨਾ ਤਾਂ ਇੱਕ ਵਾਰੀ ਪ੍ਰੂਫ ਰੀਡਿੰਗ ਜ਼ਰੂਰ ਕਰਿਆ ਕਰੋ, ਕਿਉਂਕਿ ਉਹਦੇ ਨਾਲ ਤੁਹਾਨੂੰ ਤੁਹਾਡੀਆਂ ਮਿਸਟੇਕਸ ਪਤਾ ਲੱਗਦੀਆਂ। ਇੱਕ ਫਾਈਨਲ ਲੁੱਕ ਲਈਦੀ ਹੈ ਜੋ ਵੀ ਤੁਸੀਂ ਲਿਖਿਆ, ਜਿਹਦੇ ਤੋਂ ਤੁਹਾਡੀਆਂ ਜੋ ਵੀ ਗਲਤੀਆਂ ਉਹਨਾਂ ਦਾ ਤੁਹਾਨੂੰ ਪਤਾ ਲੱਗਦਾ ਹੈ। ਹਾਂਜੀ, ਨੈਕਸਟ ਆਪਾਂ ਕਰਾਂਗੇ ਅਸੈਂਸ਼ੀਅਲ ਪਾਰਟਸ ਆਫ ਅ ਲੈਟਰ। ਕਿਸੇ ਵੀ ਲੈਟਰ ਦੇ ਪਾਰਟਸ, ਅਸੈਂਸ਼ੀਅਲ ਪਾਰਟਸ ਕਿਹੜੇ ਕਿਹੜੇ ਹੁੰਦੇ ਹੈ? ਸਭ ਤੋਂ ਪਹਿਲਾਂ ਤਾਂ ਸੈਂਡਰਸ ਐਡਰੈਸ ਹੁੰਦਾ, 8 ਹੈਗੇ ਆ 8 ਅਸੈਂਸ਼ੀਅਲ ਪਾਰਟਸ ਆਫ ਅ ਲੈਟਰ। ਲੈਟਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਲਿਖਦੇ ਹੁੰਦੇ ਆ? ਸੈਂਡਰਸ ਐਡਰੈਸ। ਫਿਰ ਡੇਟ ਲਿਖਦੇ ਹੁੰਦੇ ਆ। ਫਿਰ ਉਸ ਤੋਂ ਬਾਅਦ ਇਨਸਾਈਡ ਐਡਰੈਸ ਹੁੰਦਾ ਹੈ। ਇਨਸਾਈਡ ਐਡਰੈਸ ਕਿਹੜਾ ਹੁੰਦਾ ਹੈ? ਰਿਸੀਵਰ ਦਾ ਐਡਰੈਸ, ਜਿਹਨੂੰ ਅਸੀਂ ਲੈਟਰ ਲਿਖ ਰਹੇ ਹਾਂ। ਤੇ ਫਿਰ ਉਸ ਤੋਂ ਬਾਅਦ ਆਉਂਦੀ ਹੁੰਦੀ ਹੈ ਸੈਲਿਊਟੇਸ਼ਨ। ਸੈਲਿਊਟੇਸ਼ਨ ਕਿਹੜੀ ਹੁੰਦੀ ਹੈ? ਜਿਹੜੀ ਆਪਾਂ ਡੀਅਰ ਫਰੈਂਡ ਜਾਂ ਰਿਸਪੈਕਟਡ ਸਰ ਲਿਖਦੇ ਹਾਂ, ਉਹ ਸੈਲਿਊਟੇਸ਼ਨ ਹੁੰਦੀ ਹੈ। ਉਸ ਤੋਂ ਬਾਅਦ ਅਸੀਂ ਜਦੋਂ ਸੈਲਿਊਟੇਸ਼ਨ ਲਿਖ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਸਬਜੈਕਟ ਲਿਖਦੇ ਹੁੰਦੇ ਹਾਂ। ਸਬਜੈਕਟ ਲਿਖਣ ਤੋਂ ਬਾਅਦ ਫਿਰ ਅਸੀਂ ਪੂਰਾ ਕੰਟੈਂਟ ਲੈਟਰ ਦਾ ਲਿਖਦੇ ਹਾਂ, ਜਿਹਨੂੰ ਅਸੀਂ ਬਾਡੀ ਆਫ ਦਾ ਲੈਟਰ ਕਹਿੰਦੇ ਹਾਂ। ਤੇ ਫਿਰ ਬਾਡੀ ਆਫ ਦਾ ਲੈਟਰ ਤੋਂ ਬਾਅਦ ਅਸੀਂ ਕੰਪਲੀਮੈਂਟਰੀ ਕਲੋਜ਼ ਲਿਖਦੇ ਹਾਂ। ਕੰਪਲੀਮੈਂਟਰੀ ਕਲੋਜ਼ ਹੁੰਦਾ ਹੈ ਜਿਵੇਂ ਵਿਦ ਬੈਸਟ ਵਿਸ਼ੇਸ, ਥੈਂਕਿੰਗ ਯੂ। ਇਹ ਕੀ ਹੁੰਦਾ ਹੈ? ਕੰਪਲੀਮੈਂਟਰੀ ਕਲੋਜ਼। ਜਾਂ ਲੋਟਸ ਆਫ ਲਵ ਅਸੀਂ ਲਿਖਦੇ ਹੁੰਦੇ ਹਾਂ। ਸੋ ਆਪਣੀ ਫਰੈਂਡ ਨੂੰ ਲਿਖਣਾ ਹੈ ਤਾਂ, ਜਾਂ ਕਿਸੇ ਯੰਗ ਵਨ ਨੂੰ ਲਿਖਣਾ ਹੈ, ਸੋ ਇਹ ਹੋ ਜਾਂਦਾ ਕੰਪਲੀਮੈਂਟਰੀ ਕਲੋਜ਼। ਤੇ ਉਸ ਤੋਂ ਬਾਅਦ ਅਸੀਂ ਲਾਸਟ ਤੇ ਕਰਦੇ ਹੁੰਦੇ ਹਾਂ ਆਪਣਾ ਨਾਮ ਲਿਖਦੇ ਹਾਂ, ਜਿਹਨੂੰ ਅਸੀਂ ਸਿਗਨੇਚਰ ਕਹਿੰਦੇ ਹਾਂ। ਸੋ ਅਸੈਂਸ਼ੀਅਲ ਪਾਰਟਸ ਕਿਸੇ ਲੈਟਰ ਦੇ ਹੁੰਦੇ ਹੈ ਸੈਂਡਰਸ ਐਡਰੈਸ, ਦੈਨ ਡੇਟ, ਫਿਰ ਇਨਸਾਈਡ ਐਡਰੈਸ ਜਿਹਨੂੰ ਰਿਸੀਵਰਸ ਐਡਰੈਸ ਵੀ ਕਹਿੰਦੇ ਆ, ਫਿਰ ਸੈਲਿਊਟੇਸ਼ਨ, ਫਿਰ ਸਬਜੈਕਟ, ਫਿਰ 6 ਪੁਆਇੰਟ ਨਾਲ ਹੀ ਲਿਖਿਆ ਹੋਇਆ ਇਸੇ ਲਾਈਨ ਦੇ ਵਿੱਚ ਆ ਜਾਂਦਾ ਹੈ ਜਿਹੜਾ ਹੈਗਾ ਬਾਡੀ ਆਫ ਦਾ ਲੈਟਰ, ਜਿਹੜਾ ਕੰਟੈਂਟ ਹੁੰਦਾ ਲੈਟਰ ਦਾ। ਦੈਨ ਕੰਪਲੀਮੈਂਟਰੀ ਕਲੋਜ਼ ਆਉਂਦਾ ਤੇ ਫਿਰ ਉਸ ਤੋਂ ਬਾਅਦ ਸਿਗਨੇਚਰਸ ਹੁੰਦੀ ਹੈ। ਇਹ ਹੁੰਦੇ ਅਸੈਂਸ਼ੀਅਲ ਪਾਰਟਸ, ਜਿਹੜੇ ਕਿ ਹਰ ਇੱਕ ਲੈਟਰ ਦਾ ਇੰਪੋਰਟੈਂਟ ਪਾਰਟ ਹੁੰਦੇ ਹੈ, ਜਿਹੜੇ ਕਿ ਲੈਟਰ ਦੇ ਵਿੱਚ ਜ਼ਰੂਰੀ ਹੁੰਦੇ ਹੈ। ਨੈਕਸਟ ਹੈਗੇ ਓਕੇਸ਼ਨਲ ਪਾਰਟਸ ਆਫ ਲੈਟਰ। ਇਹ ਉਹ ਪਾਰਟਸ ਹੈ ਜਿਹੜੇ ਮਤਲਬ ਹੋ ਵੀ ਸਕਦੇ ਹੈ ਤੇ ਨਹੀਂ ਵੀ ਹੋ ਸਕਦੇ, ਕੋਈ ਜ਼ਰੂਰੀ ਨਹੀਂ ਹੁੰਦੇ। ਪਰ ਜਦੋਂ ਕੋਈ ਆਫੀਸ਼ੀਅਲ ਲੈਟਰ ਲਿਖਦੇ ਆ ਤਾਂ ਉਹਦੇ ਇਹ ਪਾਰਟਸ ਜ਼ਰੂਰੀ ਹੁੰਦੇ ਹੈ, ਮਤਲਬ ਲਿਖੇ ਜਾਂਦੇ ਹੈ, ਕੋਈ ਇਹ ਜ਼ਰੂਰੀ ਨਹੀਂ ਹੈ, ਕਿਸੇ ਕਿਸੇ ਲੈਟਰ ਵਿੱਚ ਇਹ ਹੁੰਦੇ ਹੈ। ਜਦੋਂ ਕਿਸੇ ਇੰਸਟੀਟਿਊਟ ਜਾਂ ਆਰਗੇਨਾਈਜੇਸ਼ਨ ਤੋਂ ਕੋਈ ਲੈਟਰ ਜਾਂਦੀ ਹੈ, ਆਫੀਸ਼ੀਅਲ ਲੈਟਰ ਜਦੋਂ ਕਿਸੇ ਆਰਗੇਨਾਈਜੇਸ਼ਨ ਤੋਂ ਜਾਂਦੀ ਹੈ, ਭੇਜੀ ਜਾਂਦੀ ਹੈ ਕਿਤੇ, ਤਾਂ ਉਹਦੇ ਉੱਤੇ ਇੱਕ ਰੈਫਰੈਂਸ ਨੰਬਰ ਜ਼ਰੂਰ ਲਿਖਿਆ ਜਾਂਦਾ ਹੈ। ਤੇ ਇਹ ਰੈਫਰੈਂਸ ਨੰਬਰ ਕਿੱਥੇ ਲਿਖਿਆ ਜਾਂਦਾ ਹੈ? ਜਿੱਥੇ ਅਸੀਂ ਆਮ ਲੈਟਰ ਦਾ ਸੈਂਡਰਸ ਐਡਰੈਸ ਲਿਖਦੇ ਹਾਂ ਨਾ, ਉਹਦੇ ਤੋਂ ਉੱਤੇ ਲੈਫਟ ਹੈਂਡ ਸਾਈਡ ਤੇ ਹੀ ਅਸੀਂ ਲਿਖਦੇ ਹਾਂ ਰੈਫਰੈਂਸ ਨੰਬਰ। ਤੇ ਫਿਰ ਉਸ ਤੋਂ ਬਾਅਦ ਰੈਫਰੈਂਸ ਨੰਬਰ ਤੋਂ ਬਾਅਦ ਬਾਕੀ ਸਾਰੇ ਅਸੈਂਸ਼ੀਅਲ ਪਾਰਟਸ ਆਫ ਲੈਟਰ ਆਉਣਗੇ। ਤੇ ਫਿਰ ਇੱਕ ਆਉਂਦਾ ਹੈ ਅਟੈਂਸ਼ਨ ਲਾਈਨ। ਅਟੈਂਸ਼ਨ ਲਾਈਨ ਕੀ ਹੁੰਦੀ ਹੈ? ਦਿਸ ਅਪੀਅਰਸ ਅਬਵ ਦਾ ਸੈਲਿਊਟੇਸ਼ਨ। ਜਿੱਥੇ ਤੁਸੀਂ ਜਿੱਥੇ ਤੁਸੀਂ ਰਿਸਪੈਕਟਡ ਸਰ ਲਿਖਿਆ ਨਾ, ਉਹਦੇ ਤੋਂ ਉੱਪਰ ਆਉਂਦੀ ਹੁੰਦੀ ਹੈ ਅਟੈਂਸ਼ਨ ਲਾਈਨ। ਇਹ ਓਕੇਸ਼ਨਲ ਪਾਰਟ ਹੈ, ਕੋਈ ਜ਼ਰੂਰੀ ਨਹੀਂ ਹੁੰਦਾ, ਕਿਸੇ ਲੈਟਰ ਵਿੱਚ ਹੁੰਦਾ, ਕਿਸੇ 'ਚ ਨਹੀਂ ਹੁੰਦਾ। ਇਟ ਕੰਟੇਨਸ the name of the person to whom the letter is directed, especially in large organizations. ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਜਦੋਂ ਕੋਈ ਲੈਟਰ ਕਿਸੇ ਪਰਸਨ ਨੂੰ ਭੇਜੀ ਜਾਂਦੀ ਹੈ, ਆਰਗੇਨਾਈਜੇਸ਼ਨ ਵੱਡੀ ਹੈ, ਕੋਈ ਇੰਸਟੀਟਿਊਟ ਵੱਡਾ ਇੰਸਟੀਟਿਊਟ ਹੈ, ਔਰ ਉੱਥੋਂ ਲੈਟਰ ਕਿਸੇ ਨੂੰ ਜਿਹਨੂੰ ਭੇਜੀ ਗਈ ਹੈ ਉਹਦਾ ਨਾਮ ਲਿਖਿਆ ਜਾਂਦਾ ਹੈ, ਸੋ ਉਹ ਹੁੰਦੀ ਹੈ ਦਾ ਅਟੈਂਸ਼ਨ ਲਾਈਨ। ਫਿਰ ਉਸ ਤੋਂ ਬਾਅਦ ਬਾਕੀ ਪਾਰਟਸ ਲਿਖ ਕੇ ਫਿਰ ਇਨਕਲੋਜ਼ਰਸ ਆਉਂਦਾ ਹੈ। ਦਿਸ ਇਜ਼ ਪਲੇਸਡ ਔਨ ਦਾ ਲੈਫਟ ਹੈਂਡ ਸਾਈਡ ਤੇ ਹੀ ਹੁੰਦਾ ਹੈ, ਮਾਰਜਿਨ ਬਿਲੋ ਦਾ ਸਿਗਨੇਚਰ ਲਾਈਨ। ਜਦੋਂ ਤੁਸੀਂ ਸਿਗਨੇਚਰ ਕਰ ਦਿੰਦੇ ਹੋ ਤਾਂ ਨੀਚੇ ਉਸੇ ਸਾਈਡ ਤੇ, ਸਿਗਨੇਚਰ ਵਾਲੀ ਸਾਈਡ ਤੇ ਨੀਚੇ ਲੈਫਟ ਸਾਈਡ ਤੇ ਹੀ ਆਉਂਦਾ ਹੈ ਇਨਕਲੋਜ਼ਰਸ। ਇਨਕਲੋਜ਼ਰਸ ਕੀ ਹੁੰਦਾ ਹੈ? ਇਹਦੇ ਵਿੱਚ ਅਸੀਂ ਲਿਸਟ ਲਿਖਦੇ ਹਾਂ ਜਿਹੜੇ ਡਾਕੂਮੈਂਟਸ ਅਸੀਂ ਅਟੈਚ ਕੀਤੇ ਹੈ, ਮਤਲਬ ਉਹ ਆਫੀਸ਼ੀਅਲ ਪੇਪਰਸ ਜਾਂ ਡਾਕੂਮੈਂਟਸ ਜਿਹੜੇ ਅਸੀਂ ਇਨਕਲੋਜ਼ ਕੀਤੇ ਹੈ, ਨਾਲ ਲਾਏ ਹੈ ਉਸ ਲੈਟਰ ਦੇ, ਉਹਨੂੰ ਇਨਕਲੋਜ਼ਰਸ ਕਿਹਾ ਜਾਂਦਾ ਹੈ। ਨੈਕਸਟ ਆਉਂਦਾ ਹੈ ਕਾਪੀਜ਼। ਕਾਪੀਜ਼ ਜਿਹੜਾ ਹੈ, ਇਫ ਕਾਪੀਜ਼ ਆਫ ਅ ਲੈਟਰ ਆਰ ਗੋਇੰਗ ਟੂ ਅਦਰ ਪਰਸਨਸ
their names are mentioned below the list of enclosures ਤੇ ਜਿੱਥੇ ਅਸੀਂ ਇਹ ਲਿਖਿਆ ਵੀ ਅਸੀਂ ਆਹ ਲਿਸਟ ਡਾਕੂਮੈਂਟਸ ਨਾਲ ਅਟੈਚ ਕੀਤੇ ਹੈ ਤੇ ਜੇਕਰ ਇਹ ਲੈਟਰ ਸਿਰਫ ਇੱਕ ਪਰਸਨ ਨੂੰ ਨਹੀਂ ਬਲਕਿ ਹੋਰ ਕਈ ਮਤਲਬ